ओम शांति। आज 23/10/2022 की बाणी है। अव्यक्त बाप दादा दा रिवाइज कोर्स है। रिवाइज कोर्स की तारीख 13/10/1992। आज बाप दादा ने टाइटल दिया है नंबर 1 बनना है ਤਾਂ ਗਿਆਨ ਅਤੇ ਯੋਗ ਨੂੰ ਸਵਰੂਪ ਵਿੱਚ ਲਿਆਓ। ਨੰਬਰ 1 ਬਣਨਾ ਹੈ ਤਾਂ ਗਿਆਨ ਅਤੇ ਯੋਗ ਨੂੰ ਸਵਰੂਪ ਵਿੱਚ ਲਿਆਓ। ਅੱਜ ਬਾਪ ਦਾਦਾ ਆਖਦੇ ਨੇ ਅੱਜ 7 शिक्षक ਆਪਣੀ श्रेष्ठ ਸਿੱਖਿਆ ਧਾਰਨ ਕਰਨ ਵਾਲੇ ਗੋਲਡੀ ਸਟੂਡੈਂਟ ਨੂੰ ਵੇਖ ਰਹੇ ਹੈ ਕਿ ਹਰ ਇੱਕ ਈਸ਼ਵਰੀय ਵਿਦਿਆਰਥੀ ਨੇ ਇਸ ਈਸ਼ਵਰੀय ਸਿੱਖਿਆ ਨੂੰ ਕਿੱਥੇ ਤੱਕ ਧਾਰਨ ਕੀਤਾ। ਪੜ੍ਹਾਉਣ ਵਾਲਾ ਇੱਕ ਹੈ, ਪੜ੍ਹਾਈ ਵੀ ਇੱਕ ਹੈ, ਲੇਕਿਨ ਪੜ੍ਹਨ ਵਾਲੇ ਪੜ੍ਹਾਈ ਵਿੱਚ ਨੰਬਰਵਾਰ ਹੈ। ਬਾਬਾ ਆਖਦੇ ਨੇ ਹਰ ਰੋਜ਼ ਦਾ ਪਾਠ ਮੁਰਲੀ ਦੁਆਰਾ ਹਰ ਜਗ੍ਹਾ ਤੇ ਇੱਕ ਹੀ ਸੁਣਦੇ ਹੈ, ਮਤਲਬ ਇੱਕ ਹੀ ਪਾਠ ਪੜ੍ਹਦੇ ਹੈ। ਮੁਰਲੀ ਮਤਲਬ ਪਾਠ ਹਰ ਜਗ੍ਹਾ ਤੇ ਇੱਕ ਹੀ ਹੁੰਦਾ ਹੈ। ਡੇਟ ਦਾ ਫਰਕ ਹੋ ਸਕਦਾ ਹੈ, ਲੇਕਿਨ ਮੁਰਲੀ ਉਹੀ ਹੁੰਦੀ ਹੈ। ਫਿਰ ਵੀ ਨੰਬਰਵਾਰ ਕਿਉਂ? ਨੰਬਰਵਾਰ ਕਿਸ ਲਈ ਹੁੰਦਾ ਹੈ? क्योंकि इस ईश्वरीय पढ़ाई पढ़न की विधि सिर्फ सुनना नहीं है, लेकिन हर महावाक्य स्वरूप विच लियाना है। तो सुनना सब दा एक जिहा है, लेकिन स्वरूप बनन विच नंबरवार हो जाते हैं। लक्ष्य सब दा एक ही रहता है कि मैं नंबर 1 बना। अजिहा लक्ष्य है ना, लक्ष्य नंबर 1 तो है, लेकिन रिजल्ट विच नंबरवार हो जाते हैं। लेकिन लक्ष्य और लक्षण विच लियाना, इस विच लक्ष्य और लक्षण विच फर्क पै जाता है। इस पढ़ाई विच सब सब्जैक्ट भी ज़्यादा नहीं है। 4 सब्जैक्ट नूं धारण करना इस विच मुश्किल की है अते चारों ही सब्जैक्ट का एक दूजे नाल संबंध है। जेकर एक सब्जैक्ट ज्ञान स्वरूप विधि पूर्वक धारण कर लवो, मतलब ज्ञान दे एक शब्द नूं स्वरूप विच लियाओ, ਤਾਂ ਗਿਆਨ ਹੈ ਹੀ ਮੁੱਖ 2 ਸ਼ਬਦਾਂ ਦਾ, ਜਿਸ ਨੂੰ ਰਚయిਤਾ ਅਤੇ ਰਚਨਾ ਦਾ ਅਲਫ ਅਤੇ ਬੇ ਕਹਿੰਦੇ ਹੈ। ਰਚయిਤਾ ਬਾਪ ਦੀ ਸਮਝ ਆ ਗਈ, ਮਤਲਬ ਪਰਮਾਤਮ ਪ੍ਰਿਚ ਸੰਬੰਧ ਸਪਸ਼ਟ ਹੋ ਗਿਆ, ਅਤੇ ਰਚਨਾ ਮਤਲਬ ਪਹਿਲੀ ਰਚਨਾ ਮੈਂ श्रेष्ठ ਆਤਮਾ ਹਾਂ, ਅਤੇ ਦੂਜਾ ਮੈਂ ਆਤਮਾ ਦਾ ਇਸ ਬੇਹੱਦ ਦੀ ਰਚਨਾ ਮਤਲਬ ਬੇਹੱਦ ਦੇ ਡਰਾਮੇ ਵਿੱਚ ਸਾਰੇ ਕਲਪ ਵਿੱਚ ਕੀ ਪਾਠ ਹੈ। ਇਹ ਸਾਰਾ ਗਿਆਨ ਤੇ ਸਭ ਨੂੰ ਹੈ ਨਾ, ਲੇਕਿਨ श्रेष्ठ ਆਤਮਾ ਸਵਰੂਪ ਬਣ ਹਰ ਸਮੇਂ श्रेष्ठ ਪਾਠ ਬਜਾਣਾ ਇਸ ਵਿੱਚ ਕਦੇ ਯਾਦ ਰਹਿੰਦਾ ਹੈ, ਕਦੇ ਭੁੱਲ ਜਾਂਦੇ ਹੈ। ਜੇਕਰ ਇਹਨਾਂ 2 ਸ਼ਬਦਾਂ ਦਾ ਗਿਆਨ ਹੈ, ਯੋਗ ਵੀ ਇਹਨਾਂ 2 ਸ਼ਬਦਾਂ ਦੇ ਆਧਾਰ ਤੇ ਹੈ ਨਾ। ਗਿਆਨ ਨਾਲ ਯੋਗ ਦਾ ਖੁਦ ਹੀ ਸੰਬੰਧ ਹੈ। ਜੋ ਗਿਆਨੀ ਤੂੰ ਆਤਮਾ ਹੈ, ਉਹ ਜੋਗੀ ਤੂੰ ਆਤਮਾ ਜ਼ਰੂਰ ਹੀ ਹੈ। ਤਾਂ ਗਿਆਨ ਅਤੇ ਯੋਗ ਦਾ ਸੰਬੰਧ ਹੋਇਆ ਨਾ, ਅਤੇ ਜੋ ਗਿਆਨੀ ਅਤੇ ਜੋਗੀ ਹੋਵੇਗਾ ਉਸ ਦੀ ਧਾਰਨਾ श्रेष्ठ ਹੋਵੇਗੀ ਜਾਂ ਕਮਜ਼ੋਰ ਹੋਵੇਗੀ। श्रेष्ठ ਆਪੇ ਹੋਵੇਗੀ ਨਾ, ਸਹਿਜ ਜੋਗੀ ਨਾ ਕੀ ਧਾਰਨਾ ਵਿੱਚ ਮੁਸ਼ਕਿਲ ਹੋਵੇਗੀ। ਜੋ ਗਿਆਨੀ ਤੂੰ ਆਤਮਾ, ਜੋਗੀ ਤੂੰ ਆਤਮਾ ਹੈ, ਉਹ ਧਾਰਨਾ ਵਿੱਚ ਕਮਜ਼ੋਰ ਹੋ ਸਕਦਾ ਹੈ? ਨਹੀਂ ਹੁੰਦਾ ਤਾਂ ਹੈ। ਤਾਂ ਗਿਆਨ ਯੋਗ ਨਹੀਂ ਹੈ, ਗਿਆਨੀ ਹੈ, ਲੇਕਿਨ ਗਿਆਨੀ ਤੂੰ ਆਤਮਾ ਉਹ ਸਥਿਤੀ ਨਹੀਂ ਹੈ। ਯੋਗ ਲਗਾਉਣ ਵਾਲੇ ਹੈ, ਲੇਕਿਨ ਯੋਗੀ ਜੀਵਨ ਵਾਲੇ ਨਹੀਂ ਹੈ। ਜੀਵਨ ਸਾਦਾ ਹੁੰਦੀ ਹੈ ਅਤੇ ਜੀਵਨ ਨੈਚੁਰਲ ਹੁੰਦੀ ਹੈ। ਜੋਗੀ ਜੀਵਨ ਮਤਲਬ ਓਰੀਜਨਲ ਜੀਵਨ ਜੋਗੀ ਦੀ ਹੈ। 63 ਜਨਮਾਂ ਦੇ ਵੀ ਸਮ੍ਰਿਤੀ ਦੇ ਸੰਸਕਾਰ ਜਾਂ ਕਮਜ਼ੋਰੀ ਦੇ ਸੰਸਕਾਰ ਬ੍ਰਾਹਮਣ ਜੀਵਨ ਵਿੱਚ ਕਿਤੇ ਕਿਤੇ ਮੂਲ ਨੇਚਰ ਬਣ ਪੁਰਸ਼ਾਰਥ ਵਿੱਚ ਵਿਘਨ ਪਾਉਂਦੇ ਹੈ। ਕਿੰਨਾ ਵੀ ਖੁਦ ਦਾ ਜਾਂ ਦੂਜੇ ਅਟੈਂਸ਼ਨ ਖਿਚਵਾਉਂਦੇ ਹੈ ਕਿ ਇਹ ਪਰਿਵਰਤਨ ਕਰੋ, ਜਾਂ ਖੁਦ ਵੀ ਸਮਝਾਉਂਦੇ ਹੈ ਕਿ ਇਹ ਪਰਿਵਰਤਨ ਹੋਣਾ ਚਾਹੀਦਾ ਹੈ, ਲੇਕਿਨ ਜਾਣਦੇ ਹੋਏ ਵੀ ਚਾਹੁੰਦੇ ਹੋਏ ਵੀ ਕੀ ਕਹਿੰਦੇ ਹੈ? ਚਾਹੁੰਦੇ ਤਾਂ ਨਹੀਂ ਹਾਂ, ਪਰ ਮੇਰੀ ਨੇਚਰ ਹੈ, ਮੇਰੀ ਨੇਚਰ ਹੈ, ਇਹ ਮੇਰਾ ਸੁਭਾਅ ਹੈ। ਇਹ ਤਾਂ ਨੇਚਰ ਨੈਚੁਰਲ ਹੋ ਗਈ ਹੈ ਨਾ। ਕਿਸੇ ਦੇ ਬੋਲ ਵਿੱਚ ਜਾਂ ਵਿਵਹਾਰ ਵਿੱਚ ਗਿਆਨ ਸੰਪੰਨ ਵਿਵਹਾਰ ਜਾਂ ਜੋਗੀ ਜੀਵਨ ਪ੍ਰਮਾਣ ਵਿਵਹਾਰ ਜਾਂ ਬੋਲ ਨਹੀਂ ਹੁੰਦਾ ਹੈ। ਤਾਂ ਉਹ ਕੀ ਕਹਿੰਦੇ ਹੈ? ਇਹ ਹੀ ਬੋਲ ਬੋਲਣਗੇ ਕਿ ਮੇਰਾ ਨੈਚੁਰਲ ਬੋਲ ਹੀ ਅਜਿਹਾ ਹੈ, ਬੋਲਣ ਦਾ ਟੋਨ ਹੀ ਅਜਿਹਾ ਹੈ।
ਜਾਂ ਕਹਿਣਗੇ ਮੇਰੀ ਚਾਲ ਚੱਲਣ ਹੀ ਆਫੀਸ਼ੀਅਲ ਜਾਂ ਗੰਭੀਰ ਹੈ, ਨਾਮ ਚੰਗੇ ਬੋਲਦੇ ਹੈ, ਜੋਸ਼ ਨਹੀਂ ਹੈ ਲੇਕਿਨ ਆਫੀਸ਼ੀਅਲ ਹੈ। ਤਾਂ ਹੁਣ ਚਾਹੁੰਦੇ ਵੀ ਸਮਝਦੇ ਵੀ ਨੈਚੁਰਲ ਵਰਕ ਮਾਨਾ ਕੰਮ ਕਰਦੀ ਰਹਿੰਦੀ ਹੈ, ਉਸ ਵਿੱਚ ਮਿਹਨਤ ਨਹੀਂ ਕਰਨੀ ਪੈਂਦੀ ਹੈ। ਜਿਵੇਂ ਜੋ ਗਿਆਨੀ ਜੀਵਨ ਜਾਂ ਜੋਗੀ ਜੀਵਨ ਵਿੱਚ ਰਹਿੰਦੇ ਹੈ ਤਾਂ ਗਿਆਨ ਅਤੇ ਯੋਗ ਸੰਪੰਨ ਹਰ ਕਰਮ ਨੈਚੁਰਲ ਹੁੰਦੇ ਹੈ। ਮਤਲਬ ਗਿਆਨ ਅਤੇ ਯੋਗ ਇਹ ਹੀ ਉਹਨਾਂ ਦੀ ਨੇਚਰ ਬਣ ਜਾਂਦੀ ਹੈ ਅਤੇ ਨੇਚਰ ਬਣਨ ਦੇ ਕਾਰਨ ਸ੍ਰੇਸ਼ਟ ਕਰਮ ਯੁਕਤ ਕਰਮ ਨੈਚੁਰਲ ਹੁੰਦੇ ਰਹਿੰਦੇ ਹੈ। ਤਾਂ ਸਮਝਾ ਨੇਚਰ ਨੈਚੁਰਲ ਬਣਾ ਦਿੰਦੀ ਹੈ ਤਾਂ ਗਿਆਨ ਅਤੇ ਯੋਗ ਮੂਲ ਨੇਚਰ ਬਣ ਜਾਵੇ। ਇਸ ਨੂੰ ਕਿਹਾ ਜਾਂਦਾ ਹੈ ਗਿਆਨੀ ਜੀਵਨ ਜੋਗੀ ਜੀਵਨ ਵਾਲਾ। ਗਿਆਨੀ ਸਾਰੇ ਹੈ, ਜੋਗੀ ਸਾਰੇ ਹੈ, ਪਰ ਫਰਕ ਕੀ ਹੈ? ਇੱਕ ਹੈ ਗਿਆਨ ਸੁਣਾਉਣ ਵਾਲੇ, ਸ਼ਕਤੀ ਮੁਤਾਬਿਕ ਜੀਵਨ ਵਿੱਚ ਲਿਆਉਣ ਵਾਲੇ। ਦੂਜੇ ਹੈ ਗਿਆਨ ਅਤੇ ਯੋਗ ਨੂੰ ਹਰ ਸਮੇਂ ਆਪਣੇ ਜੀਵਨ ਦੀ ਨੇਚਰ ਬਣਾਉਣ ਵਾਲੇ। ਵਿਦਿਆਰਥੀ ਸਾਰੇ ਹੈ, ਲੇਕਿਨ ਇਹ ਫਰਕ ਹੋਣ ਦੇ ਕਾਰਨ ਨੰਬਰਵਾਰ ਬਣ ਜਾਂਦੇ ਹੈ। ਜਿਸ ਦੀ ਨੇਚਰ ਹੀ ਗਿਆਨੀ ਜੋਗੀ ਦੀ ਹੋਵੇਗੀ, ਉਸ ਦੀ ਧਾਰਨਾ ਵੀ ਨੈਚੁਰਲ ਹੋਵੇਗੀ। ਬਾਬਾ ਆਖਦੇ ਨੇ ਨੈਚੁਰਲ ਸੁਭਾਵ ਸੰਸਕਾਰ ਹੀ ਧਾਰਨਾ ਸਵਰੂਪ ਹੋਣਗੇ। ਵਾਰ-ਵਾਰ ਪੁਰਸ਼ਾਰਥ ਨਹੀਂ ਕਰਨਾ ਪਵੇਗਾ ਕਿ ਇਸ ਗੁਣ ਨੂੰ ਧਾਰਨ ਕਰਾਂ, ਉਸ ਗੁਣ ਨੂੰ ਧਾਰਨ ਕਰਾਂ, ਲੇਕਿਨ ਪਹਿਲਾ ਫਾਊਂਡੇਸ਼ਨ ਦੇ ਸਮੇਂ ਹੀ ਗਿਆਨ ਯੋਗ ਅਤੇ ਧਾਰਨਾ ਨੂੰ ਆਪਣੀ ਜੀਵਨ ਬਣਾ ਦਿੱਤੀ। ਇਸ ਲਈ ਤਿੰਨੋਂ ਸਬਜੈਕਟ ਅਜਿਹੀ ਆਤਮਾ ਦੀ ਆਪੇ ਹੀ ਅਤੇ ਸੁਭਾਵਿਕ ਅਨੁਭੂਤੀਆਂ ਬਣ ਜਾਂਦੀਆਂ ਹੈ। ਇਸ ਲਈ ਅਜਿਹੀਆਂ ਆਤਮਾ ਨੂੰ ਸਹਿਜ ਜੋਗੀ, ਸਹਿਜ ਗਿਆਨੀ, ਸਹਿਜ ਧਾਰਨਾ ਮੂਰਤ ਕਿਹਾ ਜਾਂਦਾ ਹੈ। ਤਿੰਨੋਂ ਸਬਜੈਕਟ ਦਾ ਕਨੈਕਸ਼ਨ ਹੈ। ਜਿਸ ਦੇ ਕੋਲ ਇੰਨੀ ਅਨੁਭੂਤੀਆਂ ਦਾ ਖਜ਼ਾਨਾ ਸੰਪੰਨ ਹੋਵੇਗਾ, ਅਜਿਹੀਆਂ ਸੰਪੰਨ ਮੂਰਤੀਆਂ ਆਪੇ ਹੀ ਮਾਸਟਰ ਦਾਤਾ ਬਣ ਜਾਂਦੀਆਂ ਹੈ। ਦਾਤਾ ਮਤਲਬ ਸੇਵਾਦਾਰੀ। ਦਾਤਾ ਦੇਣ ਦੇ ਬਿਨਾਂ ਰਹਿ ਨਹੀਂ ਸਕਦਾ। ਦਾਤਾਪਨ ਦੇ ਸੰਸਕਾਰ ਨਾਲ ਆਪੇ ਹੀ ਸੇਵਾ ਦਾ ਸਬਜੈਕਟ ਪ੍ਰੈਕਟੀਕਲ ਵਿੱਚ ਸਹਿਜ ਹੋ ਜਾਂਦਾ ਹੈ। ਤਾਂ ਚਾਰਾਂ ਦਾ ਸੰਬੰਧ ਹੋਇਆ ਨਾ। ਕੋਈ ਕਹੇ ਮੇਰੇ ਵਿੱਚ ਗਿਆਨ ਤਾਂ ਚੰਗਾ ਹੈ ਲੇਕਿਨ ਧਾਰਨਾ ਵਿੱਚ ਕਮੀ ਹੈ, ਤਾਂ ਉਸ ਨੂੰ ਗਿਆਨੀ ਕਿਹਾ ਜਾਵੇਗਾ। ਗਿਆਨ ਤਾਂ ਦੂਜਿਆਂ ਨੂੰ ਵੀ ਦਿੱਤਾ ਹੈ ਨਾ, ਹੈ ਤਾਂ ਦੇ ਦਿੱਤਾ ਹੈ। ਇੱਕ ਹੈ ਸਮਝਣਾ, ਦੂਜਾ ਹੈ ਸਵਰੂਪ ਵਿੱਚ ਲਿਆਉਣਾ। ਸਮਝਣ ਵਿੱਚ ਸਾਰੇ ਹੁਸ਼ਿਆਰ ਹੈ, ਸਮਝਾਉਣ ਵਿੱਚ ਵੀ ਸਾਰੇ ਹੁਸ਼ਿਆਰ ਹੈ, ਲੇਕਿਨ ਨੰਬਰ 1 ਬਣਨਾ ਹੈ ਤਾਂ ਗਿਆਨ ਅਤੇ ਯੋਗ ਨੂੰ ਸਵਰੂਪ ਵਿੱਚ ਲਿਆਓ। ਫਿਰ ਨੰਬਰਵਾਰ ਨਹੀਂ ਹੋਵੇਗਾ ਲੇਕਿਨ ਨੰਬਰ 1 ਹੋਵੇਗਾ। ਤਾਂ ਸੁਣਾਇਆ ਅੱਜ ਸਤ ਸ਼ਿਕਸ਼ਕ ਆਪਣੇ ਚਾਰੇ ਪਾਸੇ ਦੇ ਈਸ਼ਵਰੀय ਵਿਦਿਆਰਥੀਆਂ ਨੂੰ ਦੇਖ ਰਹੇ ਹੈ ਤਾਂ ਕੀ ਵੇਖਿਆ? ਸਾਰੇ ਨੰਬਰ 1 ਵਿਖਾਈ ਦਿੰਦੇ ਜਾਂ ਨੰਬਰਵਾਰ ਵਿਖਾਈ ਦਿੰਦੇ। ਕੀ ਰਿਜ਼ਲਟ ਹੋਵੇਗੀ? ਜਾਂ ਸਮਝਦੇ ਹੈ ਕਿ ਨੰਬਰ 1 ਤੇ 1 ਹੀ ਹੋਵੇਗਾ। ਅਸੀਂ ਤਾਂ ਨੰਬਰਵਾਰ ਵਿੱਚ ਹੀ ਆਵਾਂਗੇ। ਫਸਟ ਡਿਵੀਜ਼ਨ ਵਿੱਚ ਤੇ ਆ ਸਕਦੇ ਹੈ ਨਾ, ਉਸ ਵਿੱਚ 1 ਨਹੀਂ ਹੁੰਦਾ ਹੈ। ਤਾਂ ਚੈੱਕ ਕਰੋ, ਜੇਕਰ ਵਾਰ-ਵਾਰ ਕਿਸੇ ਵੀ ਗੱਲ ਵਿੱਚ ਸਥਿਤੀ ਹੇਠਾਂ ਉੱਪਰ ਹੁੰਦੀ ਹੈ, ਮਤਲਬ ਵਾਰ-ਵਾਰ ਪੁਰਸ਼ਾਰਥ ਵਿੱਚ ਮਿਹਨਤ ਕਰਨੀ ਪੈਂਦੀ ਹੈ। ਇਸ ਤੋਂ ਸਿੱਧ ਹੈ ਕਿ ਗਿਆਨ ਦੀ ਮੂਲ ਸਬਜੈਕਟ ਦੇ 2 ਸ਼ਬਦ ਰਚਤਾ ਅਤੇ ਰਚਨਾ ਦੀ ਪੜ੍ਹਾਈ ਨੂੰ ਸਵਰੂਪ ਵਿੱਚ ਨਹੀਂ ਲਿਆਂਦਾ ਹੈ। ਜੀਵਨ ਵਿੱਚ ਮੂਲ ਸੰਸਕਾਰ ਦੇ ਰੂਪ ਵਿੱਚ ਜਾਂ ਮੂਲ ਨੇਚਰ ਦੇ ਰੂਪ ਵਿੱਚ ਜਾਂ ਸਹਿਜ ਸੁਭਾਵ ਦੇ ਰੂਪ ਵਿੱਚ ਨਹੀਂ ਲਿਆਂਦਾ। ਬ੍ਰਾਹਮਣ ਜੀਵਨ ਦਾ ਨੈਚੁਰਲ ਸੁਭਾਵ ਸੰਸਕਾਰ ਹੀ ਜੋਗੀ ਜੀਵਨ, ਗਿਆਨੀ ਜੀਵਨ ਹੈ। ਜੀਵਨ ਮਤਲਬ ਨਿਰੰਤਰ ਸਾਦਾ 8 ਘੰਟੇ ਜੀਵਨ ਹੈ, ਫਿਰ 4 ਘੰਟੇ ਨਹੀਂ। ਇਵੇਂ ਨਹੀਂ ਹੁੰਦਾ। ਅੱਜ 10 ਘੰਟੇ ਦੇ ਜੋਗੀ ਬਣੇ, ਅੱਜ 12 ਘੰਟੇ ਦੇ ਜੋਗੀ ਬਣੇ, ਅੱਜ 2 ਘੰਟੇ ਦੇ ਜੋਗੀ ਬਣੇ। ਉਹ ਯੋਗ ਲਗਾਉਣ ਵਾਲੇ ਜੋਗੀ ਹੈ, ਜੋਗੀ ਜੀਵਨ ਵਾਲੇ ਜੋਗੀ ਨਹੀਂ। ਵਿਸ਼ੇਸ਼ ਸੰਗਠਿਤ ਰੂਪ ਵਿੱਚ ਇਸ ਲਈ ਬੈਠਦੇ ਹੈ ਕਿ ਸਰਵ ਦੇ ਯੋਗ ਦੀ ਸ਼ਕਤੀ ਨਾਲ ਵਾਯੂਮੰਡਲ ਦੁਆਰਾ ਕਮਜ਼ੋਰ ਪੁਰਸ਼ਾਰਥੀਆਂ ਨੂੰ ਅਤੇ ਵਿਸ਼ਵ ਦੀਆਂ ਸਰਵ ਆਤਮਾਵਾਂ ਨੂੰ ਯੋਗ ਸ਼ਕਤੀ ਦੁਆਰਾ ਪਰਿਵਰਤਨ ਕਰੀਏ। ਇਸ ਲਈ ਇਹ ਵੀ ਜ਼ਰੂਰੀ ਹੈ, ਲੇਕਿਨ ਇਸ ਲਈ ਯੋਗ ਵਿੱਚ ਨਹੀਂ ਬੈਠਦੇ ਹੈ ਕਿ ਆਪਣਾ ਹੀ ਟੁੱਟਿਆ ਹੋਇਆ ਯੋਗ ਲਗਾਉਂਦੇ ਰਹੋ। ਬਾਬਾ ਆਖਦੇ ਨੇ ਸੰਗਠਿਤ ਸ਼ਕਤੀ ਇਹ ਵੀ ਸੇਵਾ ਦੇ ਨਿਮਿਤ ਹੈ, ਲੇਕਿਨ ਯੋਗ ਪੱਠੀ ਇਸ ਲਈ ਨਹੀਂ
ਰੱਖਦੇ ਹੈ ਕਿ ਮੇਰਾ ਕਨੈਕਸ਼ਨ ਫਿਰ ਤੇ ਜੁਟ ਜਾਵੇ। ਜੇਕਰ ਕਮਜ਼ੋਰ ਹੈ ਇਸ ਲਈ ਬੈਠਦੇ ਹੈ ਅਤੇ ਜੋਗੀ ਤੂੰ ਆਤਮਾ ਹੈ ਤਾਂ ਮਾਸਟਰ ਸਰਵ ਸ਼ਕਤੀਵਾਨ ਬਣ, ਮਾਸਟਰ ਵਿਸ਼ਵ ਕਲਿਆਣਕਾਰੀ ਬਣ, ਸਰਵ ਨੂੰ ਸਹਿਯੋਗ ਦੇਣ ਦੀ ਸੇਵਾ ਕਰਦੇ ਹੈ। ਤਾਂ ਪੜ੍ਹਾਈ ਮਤਲਬ ਸਵਰੂਪ ਬਣਨਾ। ਅੱਛਾ, ਅੱਜ ਦੀਵਾਲੀ ਮਨਾਉਣ ਆਏ ਹੈ। ਮਨਾਉਣ ਦਾ ਅਰਥ ਕੀ ਹੈ? ਦੀਵਾਲੀ ਵਿੱਚ ਕੀ ਕਰਦੇ ਹੈ? ਦੀਵੇ ਜਗਾਉਂਦੇ ਹੈ। ਅੱਜ ਕੱਲ੍ਹ ਤਾਂ ਲਾਈਟ ਜਗਾਉਂਦੇ ਹੈ ਅਤੇ ਲਾਈਟ ਦੇ ਕੌਣ ਆਉਂਦੇ ਹੈ? ਪਰਵਾਨੇ। ਅਤੇ ਪਰਵਾਨਿਆਂ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ? ਫਿਦਾ ਹੋਣਾ। ਤਾਂ ਦੀਵਾਲੀ ਮਨਾਉਣ ਦਾ ਅਰਥ ਕੀ ਹੋਇਆ? ਤਾਂ ਫਿਦਾ ਹੋ ਗਏ ਜਾਂ ਅਜੇ ਹੋਣਾ ਹੈ? ਹੋ ਗਏ ਹੈ ਜਾਂ ਹੋਣਾ ਹੈ? ਹੋ ਗਏ ਹੈ। ਤਾਂ ਦੀਵਾਲੀ ਤੇ ਮਨਾ ਲਈ ਫਿਰ ਕਿਉਂ ਮਨਾਉਂਦੇ ਹੈ? ਜਦ ਫਿਦਾ ਹੋ ਗਏ ਤਾਂ ਦੀਵਾਲੀ ਮਨਾਉਣ ਲਈ ਕੀ ਵਿੱਚ ਵਿੱਚ ਚੱਕਰ ਲਗਾਉਣ ਜਾਂਦੇ ਹੈ? ਫਿਦਾ ਹੋ ਗਏ ਹੈ ਲੇਕਿਨ ਥੋੜੇ ਪੰਖ ਹਲੇ ਹੈ, ਉਸ ਨਾਲ ਚੱਕਰ ਲਗਾ ਲੈਂਦੇ ਹੈ। ਤਾਂ ਚੱਕਰ ਲਗਾਉਣ ਵਾਲੇ ਤਾਂ ਨਹੀਂ ਹੈ ਨਾ। ਚੱਕਰ ਲਗਾਉਣਾ ਮਤਲਬ ਕਿਸੇ ਨਾ ਕਿਸੇ ਮਾਇਆ ਦੇ ਰੂਪ ਨਾਲ ਟੱਕਰ ਖਾਣਾ। ਮਾਇਆ ਤੋਂ ਟੱਕਰ ਖਾਂਦੇ ਹੈ ਜਾਂ ਮਾਇਆ ਨੂੰ ਹਾਰ ਖਵਾਉਂਦੇ ਹੈ, ਜਾਂ ਕਦੇ ਵਿਜੇ ਪ੍ਰਾਪਤ ਕਰਦੇ ਹੈ ਜਾਂ ਕਦੇ ਟੱਕਰ ਖਾਂਦੇ ਹੈ। ਦੀਵਾਲੀ ਇਹ ਆਪਣਾ ਹੀ ਯਾਦਗਾਰ ਮਨਾਉਂਦੇ ਹੈ। ਤੁਹਾਡਾ ਯਾਦਗਾਰ ਹੈ ਨਾ, ਕੀ ਮਨੁੱਖ ਆਤਮਾ ਦਾ ਯਾਦਗਾਰ ਹੈ। ਤੁਸੀਂ ਵੇਖਣ ਵਾਲੇ ਹੈ, ਤੁਹਾਡਾ ਸਭ ਦਾ ਯਾਦਗਾਰ ਹੈ। ਇਸ ਲਈ ਅੱਜ ਕੱਲ੍ਹ ਬਹੁਤ ਅੰਦਾਜ਼ ਵਿੱਚ ਦੀਵੇ ਦੀ ਬਜਾਏ ਛੋਟੇ ਛੋਟੇ ਬਲਬ ਜਗਾ ਦਿੰਦੇ ਹੈ। ਦੀਵੇ ਜਗਾਉਣਗੇ ਤਾਂ ਗਿਣਤੀ ਫਿਰ ਵੀ ਉਸ ਨਾਲੋਂ ਘੱਟ ਹੋ ਜਾਵੇਗੀ, ਲੇਕਿਨ ਤੁਹਾਡੀ ਗਿਣਤੀ ਤਾਂ ਬਹੁਤ ਹੈ ਨਾ। ਤਾਂ ਸਾਰਿਆਂ ਦੀ ਯਾਦ ਵਿੱਚ ਅਨੇਕ ਛੋਟੇ ਛੋਟੇ ਬਲਬ ਜਗਮਗ ਮਗਾ ਦਿੰਦੇ ਹੈ ਤਾਂ ਆਪਣਾ ਯਾਦਗਾਰ ਮਨਾ ਰਹੇ ਹੈ। ਜਦੋਂ ਦੀਵੇ ਵੇਖਦੇ ਹੈ ਤਾਂ ਸਮਝਦੇ ਹੈ ਇਹ ਸਾਡਾ ਯਾਦਗਾਰ ਹੈ, ਸਮ੍ਰਿਤੀ ਆਉਂਦੀ ਹੈ। ਇਹੀ ਸੰਗਮ ਯੁੱਗ ਦੀ ਵਿਸ਼ੇਸ਼ਤਾ ਹੈ। ਜੋ ਚੈਤਨਿਆ ਦੀਵਾ ਆਪਣਾ ਜੜ ਯਾਦਗਾਰ ਵੇਖਦੇ ਹੈ, ਚੈਤਨਿਆ ਵਿੱਚ ਖੁਦ ਹੈ ਅਤੇ ਜੜ ਯਾਦਗਾਰ ਵੇਖ ਰਹੇ ਹੈ। ਇਵੇਂ ਤਾਂ ਜਿਸ ਦਿਨ ਦੀਵਾਲੀ ਮਨਾਓ ਉਸ ਦਿਨ ਹੀ ਅਸਲ ਤਿਥੀ ਹੈ। ਇਹ ਤਾਂ ਦੀਵਾਲੀ ਵਾਲਿਆਂ ਨੇ ਤਰੀਕ ਫਿਕਸ ਕੀਤੀ ਹੈ, ਲੇਕਿਨ ਤੁਹਾਡੀ ਤਰੀਕ ਆਪਣੀ ਹੈ। ਇਸ ਲਈ ਜਿਸ ਦਿਨ ਤੁਸੀਂ ਬ੍ਰਾਹਮਣ ਮਨਾਓ ਉਹੀ ਸੱਚੀ ਤਾਰੀਖ ਹੈ। ਇਸ ਲਈ ਕੋਈ ਵੀ ਤਾਰੀਖ ਫਿਕਸ ਕਰਦੇ ਹੈ ਤਾਂ ਕਿਸੇ ਨੂੰ ਪੁੱਛਦੇ ਹੈ, ਬ੍ਰਾਹਮਣਾਂ ਤੋਂ ਹੀ ਕਢਾਉਂਦੇ ਹੈ। ਤਾਂ ਅੱਜ ਬਾਪ ਦਾਦਾ ਸਾਰੇ ਦੇਸ਼ ਵਿਦੇਸ਼ ਦੇ ਸਦਾ ਜਗੇ ਹੋਏ ਦੀਵਿਆਂ ਨੂੰ ਦੀਵਾਲੀ ਦੀ ਮੁਬਾਰਕ ਦੇ ਰਹੇ ਹੈ, ਵਧਾਈ ਦੇ ਰਹੇ ਹੈ। ਦੀਵਾਲੀ ਮੁਬਾਰਕ ਮਤਲਬ ਮਾਲਾ ਮਾਲ ਸੰਪੰਨ ਬਣਨ ਦੀ ਮੁਬਾਰਕ। ਇੱਥੇ ਇਵੇਂ ਸਦਾ ਜਗਦੀ ਜੋਤ, ਸਦਾ ਖੁਦ ਪ੍ਰਕਾਸ਼ ਸਵਰੂਪ ਬਣ ਅਨੇਕਾਂ ਦਾ ਹਨੇਰਾ ਮਿਟਾਉਣ ਵਾਲੇ ਸੱਚੇ ਦੀਵੇ, ਸਦਾ ਚਾਰੇ ਹੀ ਸਬਜੈਕਟ ਨੂੰ ਨਾਲ ਨਾਲ ਜੀਵਨ ਵਿੱਚ ਲਿਆਉਣ ਵਾਲੇ, ਸਰਵ ਸਬਜੈਕਟ ਵਿੱਚ ਨੰਬਰ 1 ਤੇ ਲਕਸ਼ ਨੂੰ ਲਿਆਉਣ ਵਾਲੇ ਅਜਿਹੇ ਗਿਆਨੀ ਤੂੰ ਆਤਮਾ, ਜੋਗੀ ਤੂੰ ਆਤਮਾ, ਦਿਵਯ ਗੁਣ ਸਵਰੂਪ ਆਤਮਾਵਾਂ, ਨਿਰੰਤਰ ਸੇਵਾਧਾਰੀ ਸ੍ਰੇਸ਼ਟ ਵਿਸ਼ਵ ਕਲਿਆਣਕਾਰੀ ਆਤਮਾਵਾਂ ਨੂੰ ਯਾਦ, ਬਾਪ ਦਾਦਾ ਦਾ ਯਾਦ, ਪਿਆਰ ਅਤੇ ਨਮਸਤੇ। ਅਵਿਅਕਤ ਬਾਪ ਦਾਦਾ ਦੀ ਪਰਸਨਲ ਮੁਲਾਕਾਤ। ਖੁਸ਼ ਨਸੀਬ ਉਹ ਜਿਸ ਦੇ ਚਿਹਰੇ ਤੋਂ ਅਤੇ ਚਲਨ ਤੋਂ ਸਦਾ ਖੁਸ਼ੀ ਦੀ ਝਲਕ ਵਿਖਾਈ ਦੇਵੇ। ਸਾਰੇ ਆਪਣੇ ਨੂੰ ਸਦਾ ਖੁਸ਼ ਨਸੀਬ ਆਤਮਾਵਾਂ ਸਮਝਦੇ ਹੈ। ਖੁਸ਼ ਨਸੀਬ ਆਤਮਾਵਾਂ ਦੀ ਨਿਸ਼ਾਨੀ ਕੀ ਹੋਵੇਗੀ? ਉਹਨਾਂ ਦੇ ਚਿਹਰੇ ਅਤੇ ਚਲਨ ਤੋਂ ਸਦਾ ਖੁਸ਼ੀ ਦੀ ਝਲਕ ਵਿਖਾਈ ਦੇਵੇਗੀ। ਭਾਵੇਂ ਕੋਈ ਵੀ ਸਥੂਲ ਕੰਮ ਕਰ ਰਹੇ ਹੈ, ਸਧਾਰਨ ਕੰਮ ਕਰ ਰਹੇ ਹੈ, ਲੇਕਿਨ ਹਰ ਕਰਮ ਕਰਦੇ ਖੁਸ਼ੀ ਦੀ ਝਲਕ ਵਿਖਾਈ ਦੇਵੇ। ਇਸ ਨੂੰ ਕਹਿੰਦੇ ਹੈ ਲਗਾਤਾਰ ਖੁਸ਼ੀ ਵਿੱਚ ਮਨ ਨੱਚਦਾ ਰਹੇ। ਇਵੇਂ ਸਦਾ ਰਹਿੰਦੇ ਹੈ ਜਾਂ ਕਦੇ ਬਹੁਤ ਖੁਸ਼ ਰਹਿੰਦੇ ਹੈ, ਕਦੇ ਘੱਟ। ਖੁਸ਼ੀ ਦਾ ਖਜ਼ਾਨਾ ਆਪਣਾ ਖਜ਼ਾਨਾ ਹੋ ਗਿਆ ਤਾਂ ਆਪਣਾ ਖਜ਼ਾਨਾ ਸਦਾ ਨਾਲ ਰਹੇਗਾ ਨਾ, ਜਾਂ ਕਦੇ ਕਦੇ ਰਹੇਗਾ। ਬਾਪ ਦੇ ਖਜ਼ਾਨੇ ਨੂੰ ਆਪਣਾ ਖਜ਼ਾਨਾ ਬਣਾਇਆ ਹੈ ਜਾਂ ਭੁੱਲ ਜਾਂਦੇ ਹੈ ਆਪਣਾ ਖਜ਼ਾਨਾ। ਆਪਣੀ ਸਥੂਲ ਚੀਜ਼ ਦਾ ਯਾਦ ਰਹਿੰਦੀ ਹੈ ਨਾ, ਉਹ ਖਜ਼ਾਨਾ ਅੱਖਾਂ ਨਾਲ ਵਿਖਾਈ ਦਿੰਦਾ ਹੈ, ਲੇਕਿਨ ਇਹ ਖਜ਼ਾਨਾ ਅੱਖਾਂ ਤੋਂ ਵਿਖਾਈ ਨਹੀਂ ਦਿੰਦਾ, ਦਿਲ ਤੋਂ ਅਨੁਭਵ ਕਰਦੇ ਹੈ। ਤਾਂ ਅਨੁਭਵ ਵਾਲੀ ਗੱਲ ਕਦੇ ਭੁੱਲਦੀ ਹੈ ਕਿ? ਤਾਂ ਸਦਾ ਇਹ ਯਾਦ ਰੱਖੋ ਕਿ ਅਸੀਂ ਖੁਸ਼ੀ ਦੇ ਖਜ਼ਾਨੇ ਦੇ ਮਾਲਿਕ ਹਾਂ।
ਜਿੰਨਾ ਖਜ਼ਾਨਾ ਯਾਦ ਰਹੇਗਾ ਉਤਨਾ ਨਸ਼ਾ ਰਹੇਗਾ। ਤਾਂ ਇਹ ਰੂਹਾਨੀ ਨਸ਼ਾ ਹੋਰਨਾਂ ਨੂੰ ਵੀ ਅਨੁਭਵ ਕਰਾਓਗੇ ਕਿ ਇਹਨਾਂ ਦੇ ਕੋਲ ਕੁਝ ਹੈ। ਮਾਤਾਵਾਂ ਨੂੰ ਸਾਰਾ ਸਮਾਨ ਕੀ ਯਾਦ ਰਹਿੰਦਾ ਹੈ? ਸਿਰਫ ਬਾਪ ਯਾਦ ਰਹਿੰਦਾ ਹੈ ਜਾਂ ਹੋਰ ਵੀ ਕੁਝ ਯਾਦ ਰਹਿੰਦਾ ਹੈ? ਵਰਸੇ ਦੀ ਤੇ ਖੁਸ਼ੀ ਵਿਖਾਈ ਦੇਵੇਗੀ ਨਾ। ਜਦ ਬ੍ਰਾਹਮਣ ਜੀਵਨ ਦੇ ਲਈ ਸੰਸਾਰ ਹੀ ਇੱਕ ਬਾਪ ਹੈ ਤਾਂ ਸੰਸਾਰ ਦੇ ਸਿਵਾਏ ਹੋਰ ਕੀ ਯਾਦ ਆਵੇਗਾ? ਸਦਾ ਦਿਲ ਵਿੱਚ ਆਪਣੇ ਸ੍ਰੇਸ਼ਟ ਭਾਗ ਦੇ ਗੀਤ ਗਾਉਂਦੇ ਰਹੋ। ਅਜਿਹੇ ਸ੍ਰੇਸ਼ਟ ਭਾਗ ਸਾਰੇ ਕਲਪ ਵਿੱਚ ਪ੍ਰਾਪਤ ਹੋਵੇਗਾ ਜੋ ਸਾਰੇ ਕਲਪ ਵਿੱਚ ਹੁਣ ਪ੍ਰਾਪਤ ਹੁੰਦਾ ਹੈ। ਤਾਂ ਹੁਣ ਦੀ ਖੁਸ਼ੀ, ਹੁਣ ਦਾ ਨਸ਼ਾ ਸਭ ਤੋਂ ਸ੍ਰੇਸ਼ਟ ਹੈ। ਤਾਂ ਮਾਤਾਵਾਂ ਨੂੰ ਹੋਰ ਕੋਈ ਸੰਬੰਧੀ ਯਾਦ ਆਉਂਦਾ ਹੈ? ਕੋਈ ਸੰਬੰਧ ਵਿੱਚ ਹੇਠਾਂ ਉੱਪਰ ਹੋਵੇ ਤਾਂ ਮੋਹ ਜਾਂਦਾ ਹੈ। ਮੋਹ ਸਾਰਾ ਖਤਮ ਹੋ ਗਿਆ। ਜੋ ਕਹਿੰਦੇ ਹੈ ਕੁਝ ਵੀ ਹੋ ਜਾਵੇ, ਮੈਨੂੰ ਹੇਠਾਂ ਉੱਪਰ ਹੋ ਜਾਵੇ, ਫਿਰ ਨਸ਼ਟੋ ਮੋਹ ਹੈ। ਅੱਛਾ, ਮੋਹ ਦਾ ਪੇਪਰ ਆਵੇ ਭਾਵੇਂ ਆਵੇ, ਪਾਂਡਵਾਂ ਦਾ ਨਸ਼ਟੋ ਮੋਹ ਹੈ ਨਾ। ਹਲੇ ਵੀ ਵਿੱਚ ਮਾਇਆ ਪੇਪਰ ਤਾਂ ਲੈਂਦੀ ਹੈ ਨਾ, ਉਹ ਉਸ ਵਿੱਚ ਪਾਸ ਹੁੰਦੇ ਹੈ। ਜਾਂ ਜਦੋਂ ਮਾਇਆ ਆਉਂਦੀ ਹੈ ਉਦੋਂ ਥੋੜਾ ਢਿੱਲੇ ਹੋ ਜਾਂਦੇ ਹੈ। ਤਾਂ ਸਦਾ ਖੁਸ਼ੀ ਦੇ ਗੀਤ ਗਾਉਂਦੇ ਰਹੋ। ਸਮਝਾ ਕੁਝ ਵੀ ਚਲਾ ਜਾਵੇ ਲੇਕਿਨ ਖੁਸ਼ੀ ਨਹੀਂ ਜਾਵੇ। ਭਾਵੇਂ ਕਿਸੇ ਵੀ ਰੂਪ ਵਿੱਚ ਮਾਇਆ ਆਵੇ ਲੇਕਿਨ ਖੁਸ਼ੀ ਨਾ ਜਾਵੇ। ਇਵੇਂ ਖੁਸ਼ ਰਹਿਣ ਵਾਲੇ ਹੀ ਸਦਾ ਖੁਸ਼ ਨਸੀਬ ਹੈ। ਅੱਛਾ, ਹੁਣ ਆਂਧਰਾ ਅਤੇ ਕਰਨਾਟਕ ਵਾਲਿਆਂ ਨੇ ਕਿਹੜੀ ਕਮਾਲ ਕਰਨੀ ਹੈ। ਅਜਿਹੀ ਕੋਈ ਵੀ ਆਤਮਾ ਵੰਚਿਤ ਨਾ ਰਹਿ ਜਾਵੇ। ਹਰੇਕ ਨੂੰ ਸੰਦੇਸ਼ ਦੇਣਾ ਹੈ। ਜਿੱਥੇ ਵੀ ਰਹਿੰਦੇ ਹੈ ਸਰਵ ਆਤਮਾਵਾਂ ਨੂੰ ਸੰਦੇਸ਼ ਮਿਲਣਾ ਚਾਹੀਦਾ ਹੈ। ਜਿੰਨਾ ਸੰਦੇਸ਼ ਦੇਵੋਗੇ ਉਤਨੀ ਖੁਸ਼ੀ ਵੱਧਦੀ ਜਾਵੇਗੀ। ਅੱਛਾ, ਵਰਦਾਨ ਹੈ ਅੱਜ ਦਾ। ਉਮੰਗ ਉਤਸ਼ਾਹ ਦੇ ਆਧਾਰ ਤੇ ਸਦਾ ਉੜਦੀ ਕਲਾ ਦਾ ਅਨੁਭਵ ਕਰਨ ਵਾਲੇ ਹਿੰਮਤਵਾਨ ਭਵ। ਉਮੰਗ ਉਤਸ਼ਾਹ ਦੇ ਆਧਾਰ ਤੇ ਸਦਾ ਉੜਦੀ ਕਲਾ ਦਾ ਅਨੁਭਵ ਕਰਨ ਵਾਲੇ ਹਿੰਮਤਵਾਨ ਭਵ। ਅੱਜ ਬਾਬਾ ਆਖਦੇ ਨੇ ਉੜਦੀ ਕਲਾ ਦਾ ਅਨੁਭਵ ਕਰਨ ਦੇ ਲਈ ਹਿੰਮਤ ਅਤੇ ਉਮੰਗ ਉਤਸ਼ਾਹ ਦੇ ਪੰਖ ਚਾਹੀਦੇ ਹੈ। ਕਿਸੇ ਵੀ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਉਮੰਗ ਉਤਸ਼ਾਹ ਬਹੁਤ ਜ਼ਰੂਰੀ ਹੈ। ਜੇਕਰ ਉਮੰਗ ਉਤਸ਼ਾਹ ਨਹੀਂ ਤਾਂ ਕੰਮ ਸਫਲ ਨਹੀਂ ਹੋ ਸਕਦਾ, ਕਿਉਂਕਿ ਉਮੰਗ ਉਤਸ਼ਾਹ ਨਹੀਂ ਤਾਂ ਥਕਾਵਟ ਹੋਵੇਗੀ ਅਤੇ ਥੱਕਿਆ ਹੋਇਆ ਕਦੇ ਸਫਲ ਨਹੀਂ ਹੋਵੇਗਾ। ਇਸ ਲਈ ਹਿੰਮਤਵਾਨ ਬਣ ਉਮੰਗ ਉਤਸ਼ਾਹ ਦੇ ਆਧਾਰ ਤੇ ਉੜਦੇ ਰਹੋ ਤਾਂ ਮੰਜ਼ਿਲ ਤੇ ਪਹੁੰਚ ਜਾਓਗੇ। ਸਲੋਗਨ ਹੈ ਇਸਦਾ, ਦੁਆਵਾਂ ਦੋ ਦੁਆਵਾਂ ਲੋ, ਇਹ ਹੀ ਸ੍ਰੇਸ਼ਟ ਪੁਰਸ਼ਾਰਥ ਹੈ। ਦੁਆਵਾਂ ਦੋ ਦੁਆਵਾਂ ਲੋ, ਇਹ ਹੀ ਸ੍ਰੇਸ਼ਟ ਪੁਰਸ਼ਾਰਥ ਹੈ। ਅੱਛਾ, ਓਮ ਸ਼ਾਂਤੀ।